ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਅੱਜ ਅਸੀਂ ਪਹੁੰਚਿਆ ਸੰਗਰੂਰ ਜ਼ਿਲ੍ਹੇ ਦੀ ਬਾਗੜੀਆਂ ਹਵੇਲੀ ਦੇ ਵਿੱਚ। ਇਸ ਹਵੇਲੀ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ। ਇਹ ਹਵੇਲੀ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਦੇਖੀ ਹੋਵੇਗੀ। ਅਕਸਰ ਜਿਹੜੀ ਇਹ ਹਵੇਲੀ ਹੈ ਫਿਲਮਾਂ ਦੇ ਲਈ ਵਰਤੀ ਜਾਂਦੀ ਹੈ। ਬਹੁਤ ਸਾਰੀਆਂ ਫਿਲਮਾਂ ਇੱਥੇ ਫਿਲਮਾਈਆਂ ਗਈਆਂ ਨੇ, ਪਰ ਇਸ ਹਵੇਲੀ ਦਾ ਇਤਿਹਾਸ ਦੇ ਬਾਰੇ ਲੋਕਾਂ ਨੂੰ ਬਹੁਤਾ ਕੁਝ ਨਹੀਂ ਪਤਾ। ਇਸ ਹਵੇਲੀ ਦਾ ਪਿਛੋਕੜ ਕੀ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਨਾਲ ਦੀ ਨਾਲ ਹੀ ਇਸ ਹਵੇਲੀ ਦਾ ਜੋ ਪਿਛੋਕੜ ਹੈ ਉਸ ਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਚਲੋ ਫਿਰ ਚੱਲਦੇ ਹਾਂ ਹਵੇਲੀ ਦੇ ਅੰਦਰ। ਆਓ ਹੁਣ ਤੁਹਾਨੂੰ ਇਸ ਹਵੇਲੀ ਦੇ ਇਤਿਹਾਸ ਦੇ ਬਾਰੇ ਵੀ ਜਾਣੂ ਕਰਵਾ ਦਿੰਦੇ ਹਾਂ। ਬ੍ਰਹਮ ਗਿਆਨੀ ਬਾਬਾ ਗੁੱਦੜ ਸਿੰਘ ਜੀ ਦੀ ਧਰਮ ਪਤਨੀ ਮਾਈ ਰੱਜੀ ਕੌਰ ਆਪਣੀ ਸੇਵਾ ਸਿਮਰਨ ਕਰਕੇ ਬਹੁਤ ਪ੍ਰਸਿੱਧ ਹੋਏ। ਮਾਤਾ ਜੀ ਦੀ ਇੰਨੀ ਪ੍ਰਸਿੱਧੀ ਹੋਈ ਕਿ ਜੋ ਲੰਗਰ ਗੁਰੂ ਸਾਹਿਬਾਂ ਦੀ ਕਿਰਪਾ ਸਦਕਾ ਚੱਲਦਾ ਆ ਰਿਹਾ ਸੀ, ਉਹ ਹੁਣ ਤੱਕ ਮਾਈ ਰੱਜੀ ਦਾ ਲੰਗਰ ਕਿਹਾ ਜਾਂਦਾ ਹੈ। ਮਾਈ ਰੱਜੀ ਦੇ ਲੰਗਰ ਵਿੱਚ ਲੋਹ ਦੇ ਥੱਲੇ ਗਿੱਲੀਆਂ ਲੱਕੜਾਂ ਵੀ ਸੁੱਕੀਆਂ ਦੀ ਤਰ੍ਹਾਂ ਬਣਦੀਆਂ ਨੇ। ਨਾਮ ਜਪਣਾ ਤੇ ਨਾਲ ਆਏ ਪਾਦੀਆਂ ਵਾਸਤੇ 24 ਘੰਟੇ ਲੰਗਰ ਜਾਰੀ ਰੱਖਣਾ ਨਿਤ ਕਰਮ ਸੀ। ਇਤਿਹਾਸ ਗਵਾਹ ਹੈ ਕਿ ਜਿਸ ਵੇਲੇ ਬਡਰੁੱਖਾਂ ਦਾ ਸਰਦਾਰ ਗਜਪਤ ਸਿੰਘ ਹੁਕਮਰਾਨ ਸੀ, ਉਸ ਵਕਤ ਉਸ ਦੇ ਘਰ ਇੱਕ ਲੜਕੀ ਪੈਦਾ ਹੋਈ। ਉਸ ਸਮੇਂ ਦੇ ਭੈੜੇ ਰਿਵਾਜ ਅਨੁਸਾਰ ਉਸ ਲੜਕੀ ਨੂੰ ਘੜੇ ਵਿੱਚ ਪਾ ਕੇ ਖੇਤ ਵਿੱਚ ਦੱਬ ਦਿੱਤਾ। ਉਸ ਸਮੇਂ ਬਾਬਾ ਗੁੱਦੜ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਉੱਥੇ ਪਹੁੰਚ ਗਏ। ਸਰਦਾਰ ਗਜਪਤ ਸਿੰਘ ਨੇ ਬਾਬਾ ਗੁੱਦੜ ਸਿੰਘ ਜੀ ਨੂੰ ਆਪਣੇ ਘਰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਤਾਂ ਬਾਬਾ ਗੁੱਦੜ ਸਿੰਘ ਜੀ ਨੇ ਕਿਹਾ ਕਿ ਮੈਂ ਤੁਹਾਡੇ ਘਰ ਦਾ ਪ੍ਰਸ਼ਾਦਾ ਤਾਂ ਛਕਾਂਗਾ, ਪਹਿਲਾਂ ਉਸ ਘੜੇ ਵਿੱਚ ਪਾ ਕੇ ਦੱਬੀ ਹੋਈ ਕੰਨਿਆ ਨੂੰ ਕੱਢ ਕੇ ਲਿਆਓ। ਉਹ ਕੰਨਿਆ ਬੜੀ ਕਿਸਮਤ ਵਾਲੀ ਹੈ। ਉਸ ਦੀ ਕੁੱਖ ਵਿੱਚੋਂ ਇੱਕ ਮਹਾਬਲੀ ਪੈਦਾ ਹੋਵੇਗਾ ਜੋ ਪੰਜਾਬ ਦਾ ਬਾਦਸ਼ਾਹ ਬਣੇਗਾ। ਇਹ ਕੰਨਿਆ ਰਾਜ ਕੌਰ ਸੀ। ਜਦ ਵੱਡੀ ਹੋਈ ਤਾਂ ਉਸ ਦਾ ਵਿਆਹ ਸਰਦਾਰ ਮਹਾ ਸਿੰਘ ਸ਼ੁਕਰ ਚੱਕੀਏ ਨਾਲ ਹੋਇਆ। ਫਿਰ ਉਸ ਦੀ ਕੁੱਖ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ, ਜਿਸ ਨੇ ਵੱਡਾ ਹੋ ਕੇ ਪੰਜਾਬ ਤੇ 50 ਸਾਲ ਰਾਜ ਕੀਤਾ। ਪੁੱਤਰ ਦੀ ਕਾਮਨਾ ਨੂੰ ਮੁੱਖ ਰੱਖ ਕੇ ਮਹਾਰਾਜਾ ਗਜਪਤ ਸਿੰਘ ਦੀਆਂ ਰਾਣੀਆਂ ਨੇ ਦਿਆਲਪੁਰੇ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਖੁਸ਼ ਹੋ ਕੇ ਮਾਤਾ ਜੀ ਨੇ ਉਹਨਾਂ ਦੀ ਇੱਛਾ ਜਾਣੀ ਤੇ ਆਪਣੀ ਗੋਦ ਸੁੰਨੀ ਕਰਕੇ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ। ਦਿਆਲਪੁਰੇ ਭਾਈ ਕੇ ਜੋ ਮਾਈ ਰੱਜੀ ਬਾਬਾ ਗੁੱਦੜ ਜੀ ਦੇ ਸਥਾਨ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ, ਇਸ ਨਿਸ਼ਾਨ ਸਾਹਿਬ ਤੇ ਸਮਾਧ ਦੀ ਸੇਵਾ ਸਰਦਾਰ ਗਜਪਤ ਸਿੰਘ ਆਪਣੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਸੈਂਕੜੇ ਸਾਲ ਪਹਿਲਾਂ ਕਰਵਾਈ। ਮਾਈ ਰੱਜੀ ਬਾਬਾ ਗੁੱਦੜ ਸਿੰਘ ਜੀ ਦੇ ਅਸਥਾਨ ਤੇ ਹੁਣ ਵੀ ਜੋ ਕੋਈ ਇੱਛਾ ਰੱਖ ਕੇ ਸੁੱਖ ਸੁਖਦਾ ਤਾਂ ਉਸ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਮਾਈ ਰੱਜੀ ਬਾਬਾ ਗੁੱਦੜ ਜੀ ਦੀ ਯਾਦ ਵਿੱਚ ਹਰ ਸਾਲ ਵਿਸਾਖੀ ਦੇ ਸ਼ੁਭ ਦਿਹਾੜੇ ਤੇ 3 ਦਿਨ ਦਾ ਮੇਲਾ ਲੱਗਦਾ ਹੈ। ਮਹਾਨ ਕੋਸ਼ ਅਨੁਸਾਰ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਬਾਗੜੀਆਂ ਵਿਖੇ ਬਾਬਾ ਭਾਈ ਰੂਪ ਚੰਦ ਜੀ ਦੀ ਕੁਲ ਦੇ ਰਤਨ ਬਾਬਾ ਗੁੱਦੜ ਸਿੰਘ ਜੀ ਦੀ ਗੱਦੀ ਹੈ। ਆਓ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਮਾਈ ਰੱਜੀ ਦੇ ਲੰਗਰ ਦੇ ਇਤਿਹਾਸ ਬਾਰੇ। ਇਹ ਸਦਾ ਬ੍ਰਤ ਲੰਗਰ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਕਿਰਪਾ ਦੁਆਰਾ ਸੰਨ 1765 ਈਸਵੀ ਤੋਂ ਚੱਲਦਾ ਆ ਰਿਹਾ ਹੈ। 6ਵੇਂ ਪਾਤਸ਼ਾਹ ਨੇ ਸੰਨ 1630 ਈਸਵੀ ਵਿੱਚ ਪਿੰਡ ਭਾਈ ਰੂਪਾ ਵਸਾਇਆ ਤੇ ਆਪਣੇ ਸੇਵਕ ਭਾਈ ਰੂਪ ਚੰਦ ਨੂੰ ਇੱਕ ਖੰਡਾ ਤੇ ਇੱਕ ਕੜਛਾ ਬਖਸ਼ ਕੇ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਸਦਾ ਬ੍ਰਤ ਲੰਗਰ ਚਲਾਉਣ ਦੀ ਆਗਿਆ ਲਾਈ। ਭਾਈ ਰੂਪ ਚੰਦ ਦੇ ਪੋਤਰੇ ਭਾਈ ਧਰਮ ਸਿੰਘ ਦੇ ਸਪੁੱਤਰ ਭਾਈ ਦਿਆਲ ਸਿੰਘ ਨੇ ਸੰਨ 1708 ਈਸਵੀ ਵਿੱਚ ਪਿੰਡ ਦਿਆਲਪੁਰਾ ਭਾਈਕਾ ਵਸਾਇਆ ਤੇ ਉੱਥੇ ਵੀ ਸਦਾ ਬ੍ਰਤ ਲੰਗਰ ਜਾਰੀ ਕੀਤਾ, ਜੋ ਕਿ ਹੁਣ ਵੀ ਚੱਲ ਰਿਹਾ ਹੈ। ਪਿੰਡ ਬਾਗੜੀਆਂ ਦੀਨਾ ਬੇਗ ਖਾਨ ਇੱਕ ਮੁਗਲ ਹਾਕਮ ਨੇ ਸੰਨ 1765 ਈਸਵੀ ਵਿੱਚ ਭਾਈ ਦਿਆਲ ਸਿੰਘ ਦੇ ਸਪੁੱਤਰ ਭਾਈ ਗੁੱਦੜ ਸਿੰਘ ਸੇਵਾ ਮੂਰਤ ਨੂੰ ਸਤਿਕਾਰ ਵਜੋਂ ਭੇਂਟ ਕੀਤਾ ਤੇ ਭਾਈ ਸਾਹਿਬ ਨੇ ਇਹ ਸਦਾ ਬ੍ਰਤ ਲੰਗਰ ਆਰੰਭ ਕੀਤਾ। ਭਾਈ ਸਾਹਿਬ ਪੰਥ ਸੇਵਾ ਤੇ ਸਿੱਖੀ ਪ੍ਰਚਾਰ ਕਰਦੇ ਬਹੁਤ ਸਮਾਂ ਘਰੋਂ ਬਾਹਰ ਰਹਿੰਦੇ। ਲੰਗਰ ਦੀ ਸੇਵਾ ਉਹਨਾਂ ਦੀ ਧਰਮ ਪਤਨੀ ਮਾਈ ਰੱਜੀ ਕਰਦੇ। ਇਸ ਲਈ ਇਹ ਲੰਗਰ ਮਾਈ ਰੱਜੀ ਦਾ ਲੰਗਰ ਦੇ ਨਾਮ ਤੇ ਪ੍ਰਸਿੱਧ ਹੋਇਆ।
ਮਾਈ ਰੱਜੀ ਨੇ ਇਹ ਸੇਵਾ ਸਨ 1793 ਈਸਵੀ ਤੱਕ ਨਿਭਾਈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਨ 1678 ਈਸਵੀ ਵਿੱਚ ਗੁਰੂ ਕਾ ਲਾਹੌਰ ਵਿੱਚ ਆਪਣੇ ਆਨੰਦ ਕਾਰਜ ਕਰਵਾਉਣ ਦੀ ਸੇਵਾ ਭਾਈ ਰੂਪ ਚੰਦ ਨੂੰ ਬਖਸ਼ੀ। ਦਸ਼ਮੇਸ਼ ਪਿਤਾ ਨੇ ਭਾਈ ਰੂਪ ਚੰਦ ਤੇ ਉਹਨਾਂ ਦੇ 5 ਸੁਪੁੱਤਰਾਂ ਨੂੰ ਆਪਣੇ ਕਰ ਕਮਲਾਂ ਨਾਲ ਅੰਮ੍ਰਿਤ ਪਾਨ ਕਰਵਾਇਆ। ਇਹਨਾਂ ਵਿੱਚੋਂ 2 ਪੁੱਤਰ ਭਾਈ ਧਰਮ ਸਿੰਘ ਤੇ ਭਾਈ ਪਰਮ ਸਿੰਘ ਦਸਮ ਪਾਤਸ਼ਾਹ ਦੇ ਨਾਲ ਨੰਦੇੜ ਤੱਕ ਹਮ ਰਕਾਬ ਰਹੇ। ਬਾਅਦ ਵਿੱਚ ਭਾਈ ਧਰਮ ਸਿੰਘ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸਰਹੰਦ ਦੀ ਫਤਿਹ ਸਮੇਂ ਮਾਲਵੇ ਦੇ ਸਿੰਘਾਂ ਦੇ ਮੁਖੀ ਜਥੇਦਾਰ ਸਨ, ਜਿਸ ਦਾ ਹੁਕਮ ਮਾਤਾ ਸੁੰਦਰੀ ਜੀ ਨੇ ਕੀਤਾ ਸੀ। ਭਾਈ ਰੂਪ ਚੰਦ ਦੀ ਅੰਸ ਸੀਨਾ ਬਸੀਨਾ ਇਹ ਸਦਾ ਬ੍ਰਤ ਲੰਗਰ ਚਲਾਉਂਦੇ ਆਏ ਨੇ ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਦੇ ਨੇ। ਭਾਈ ਸਾਹਿਬ ਬਾਗੜੀਆਂ ਦਾ ਸਿਲਸਿਲਾ ਇਸ ਪ੍ਰਕਾਰ ਹੈ। ਭਾਈ ਰੂਪ ਚੰਦ, ਭਾਈ ਧਰਮ ਸਿੰਘ, ਭਾਈ ਦਿਆਲ ਸਿੰਘ, ਭਾਈ ਗੁੱਦੜ ਸਿੰਘ, ਭਾਈ ਵੀਰ ਸਿੰਘ, ਭਾਈ ਅਰਦਾਸ ਸਿੰਘ, ਭਾਈ ਮਿਹਰ ਸਿੰਘ, ਭਾਈ ਬਹਾਦਰ ਸਿੰਘ, ਭਾਈ ਸੰਪੂਰਨ ਸਿੰਘ, ਭਾਈ ਨਰੈਣ ਸਿੰਘ, ਭਾਈ ਅਰਜਨ ਸਿੰਘ, ਭਾਈ ਅਰਦਮਨ ਸਿੰਘ, ਭਾਈ ਹਰੀਧਨ ਸਿੰਘ ਤੇ ਭਾਈ ਜੁਝਾਰ ਸਿੰਘ। ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀਆਂ ਪਾਵਨ ਵਸਤਾਂ ਜੋ ਇਸ ਸਥਾਨ ਤੇ ਸੁਰੱਖਿਅਤ ਨੇ ਉਹ ਨੇ 2 ਧਾਰਾ ਖੰਡਾ ਤੇ ਕੜਛਾ ਜੋ 6ਵੇਂ ਸਤਿਗੁਰਾਂ ਨੇ ਭਾਈ ਰੂਪ ਚੰਦ ਨੂੰ ਸਦਾ ਬ੍ਰਤ ਚਲਾਉਣ ਵਾਸਤੇ ਦਿੱਤੇ। ਇਸ ਦੇ ਨਾਲ ਹੀ ਪੁਸਤਕ ਸਾਹਿਬ ਦਸ਼ਮੇਸ਼ ਗੁਰਾਂ ਦੇ ਹਸਤਾਖਰਾਂ ਵਾਲੀ ਪਾਠ ਪੋਥੀ ਜੋ ਭਾਈ ਧਰਮ ਸਿੰਘ ਨੂੰ ਨੰਦੇੜ ਵਿੱਚ ਬਖਸ਼ੀ ਗਈ। ਸ਼੍ਰੀ ਸਾਹਿਬ ਜੋ ਦਸ਼ਮੇਸ਼ ਗੁਰਾਂ ਨੇ ਭਾਈ ਧਰਮ ਸਿੰਘ ਨੂੰ ਸਿੱਖੀ ਪ੍ਰਚਾਰ ਲਈ ਦਿੱਤੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਰੰਗਲਾ ਟੀਵੀ ਤੇ। ਤੁਸੀਂ ਇਸ ਪਿੰਡ ਦੇ ਰਹਿਣ? ਜੀ ਹਾਂ। ਤੁਸੀਂ ਇਸ ਪਰਿਵਾਰ ਨੂੰ ਕਦੋਂ ਤੋਂ ਜਾਣਦੇ? ਮੈਂ ਬਚਪਨ ਤੋਂ ਹੀ ਜਾਣਦਾ ਹਾਂ। ਹਾਂਜੀ, ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਬਹੁਤ ਦੱਸੋ, ਥੋੜੀ ਜਿਹੀ ਜਾਣਕਾਰੀ ਦਿਓ ਇਸ ਹਵੇਲੀ ਦੇ ਬਾਰੇ। ਕੀ ਪਿਛੋਕੜ ਹੈ, ਕੀ ਇਤਿਹਾਸ ਹੈ? ਇਹ ਜੀ ਇਤਿਹਾਸਕ ਭਾਈ ਸਾਹਿਬ ਭਾਈ ਬਾਗੜੀਆਂ ਦਾ ਪਰਿਵਾਰ ਆ ਜਿਹੜਾ, ਇਹ ਗੁਰੂ ਸਾਹਿਬ ਨਾਲ ਰਿਲੇਟਡ ਮਿਲਿਆ ਹੋਇਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਆ ਇਹਨਾਂ ਨੂੰ। 6ਵੇਂ ਪਾਤਸ਼ਾਹੀ ਤੇ 10ਵੇਂ ਪਾਤਸ਼ਾਹੀ ਦੇ ਹੱਥ ਲਿਖਤ ਇਹਨਾਂ ਕੋਲ ਮੌਜੂਦ ਆ। ਸ਼੍ਰੀ ਸਾਹਿਬ 6ਵੇਂ ਪਾਤਸ਼ਾਹ ਦੇ ਕਟਾਰ ਸਾਹਿਬ ਤੇ ਸ਼੍ਰੀ ਸਾਹਿਬ ਇਹਨਾਂ ਦੇ ਕੋਲ ਨੇ। ਹਾਂਜੀ, ਤੇ ਬਾਕੀ ਲੰਗਰ ਫਿਲਹਾਲ ਉਸ ਵਕਤ ਤੋਂ ਹੀ ਲੰਗਰ ਚਲਾ ਰਹੇ ਨੇ। 24 ਘੰਟੇ ਲੰਗਰ ਚੱਲਦਾ ਹੈ। ਮੇਰੇ ਜੀ ਬਾਬੇ ਗੁਰਦਰ ਦੇ ਨਾਂ ਤੇ 24 ਘੰਟੇ ਲੰਗਰ ਚੱਲ ਰਿਹਾ। ਇਹ ਵੀ ਸੁਣਿਆ ਹੈ ਮੈਂ ਕਿ ਜਦੋਂ ਲੰਗਰ ਤਿਆਰ ਹੋ ਜਾਂਦਾ ਤਾਂ ਹੋਕਾ ਦਿੱਤਾ ਜਾਂਦਾ। ਜੀ ਹਾਂ, ਇੱਥੋਂ ਬਾਹਰ ਗੇਟ ਦੇ ਬਾਹਰ ਨਿਕਲ ਕੇ ਆਵਾਜ਼ ਮਾਰੀ ਜਾਂਦੇ, ਕੋਈ ਰਾਹੀ ਮੁਸਾਫਰ ਪਿੰਡ ਦਾ ਗਰੀਬ ਗੁਰਬਾ ਕੋਈ ਵੀ ਲੰਗਰ ਛਕ ਸਕਦਾ ਜੀ। ਹੁਣ ਆਪਾਂ ਦਰਸ਼ਕਾਂ ਨੂੰ ਲੰਗਰ ਹਾਲ ਦੀਆਂ ਤਸਵੀਰਾਂ ਦਿਖਾ ਦਿੰਦੇ ਆ, ਤੁਸੀਂ ਵੀ ਮੇਰੇ ਨਾਲ ਹੀ ਆ ਜਾਓ, ਨਾਲੇ ਜੋ ਵੀ ਇੱਥੇ ਹੈ ਉਸ ਦੇ ਬਾਰੇ ਥੋੜਾ ਬਹੁਤ ਚਾਨਣਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਆ ਜਾਓ ਜੀ। ਇਹ ਕਿਹੜੀ ਸਥਾਨ ਹੈ, ਇਸ ਦੇ ਬਾਰੇ ਵੀ ਥੋੜਾ ਦੱਸੋ। ਇਹ ਮੇਰੇ ਜੀ ਬਾਬਾ ਗੁਰਦਰ ਜੀ ਵੱਲੋਂ ਲੋਹ ਆ। ਹਾਂ, ਲੋਹ ਜਿਹੜੇ ਗੁਰੂ ਸਾਹਿਬ ਨੇ ਆਪ ਇਹਨਾਂ ਨੂੰ ਭੇਟ ਕੀਤੀ ਸੀ ਨਾ। ਹਾਂ, ਇੱਥੇ ਲੰਗਰ ਵਗੈਰਾ ਤਿਆਰ ਹੁੰਦਾ ਹੈ। ਹਾਂ, ਹੁਣ ਵੀ ਇੱਥੇ ਹੀ ਲੰਗਰ ਤਿਆਰ ਹੁੰਦਾ? ਹਾਂਜੀ, ਹੁਣ ਵੀ ਲੰਗਰ ਉਸ ਨਾਲ ਲੱਗਦੀ ਤਵੀ ਤੇ ਤਿਆਰ ਕਰ। ਇਹ ਜਗ੍ਹਾ ਆ ਜੀ। ਮੈਂ ਆਪਣੇ ਸਹਿਯੋਗੀ ਨੂੰ ਕਹੂੰਗੀ ਕਿ ਇਹ ਵਾਲੀਆਂ ਤਸਵੀਰਾਂ ਵੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾ ਦੇਣ, ਜਿੱਥੇ ਕਿ ਲੰਗਰ ਤਿਆਰ ਕੀਤਾ ਜਾਂਦਾ ਹੈ। ਤੇ ਇੱਥੋਂ ਦੀ ਨਾ ਜੋ ਮੇਨ ਚੀਜ਼ ਹੈ ਵੀ ਇੱਥੇ ਲੰਗਰ ਗਿੱਲਾ ਬਾਲਣ ਬਲਦਾ, ਹੋਰ ਕਿਤੇ ਵੀ ਨਹੀਂ ਮਿਲੂਗਾ। ਇੱਥੇ ਗਿੱਲਾ ਬਾਲਣ ਹਰ ਟਾਈਮ ਗਿੱਲਾ ਬਾਲਣ ਬਲਦਾ ਤੇ ਲੰਗਰ ਜੀ ਤਿਆਰ ਹੋ ਰਿਹਾ। ਇੱਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਇੱਥੇ ਹਰ ਸੰਗਰਾਂਦ ਵਗੈਰਾ ਮਨਾਈ ਜਾਂਦੀ ਆ ਤੇ ਗ੍ਰੰਥੀ ਸਿੰਘ ਰੱਖਿਆ ਹੋਇਆ ਜੋ ਹਰ ਸੇਵਾ ਕਰ ਰਿਹਾ ਤੇ ਬਾਕੀ ਆਮ ਸੰਗਤ ਮੱਥਾ ਟੇਕਣ ਆਉਂਦੀ ਆ ਤੇ ਮੱਥਾ ਹਰ ਮਰਿਆਦਾ ਪੂਰੀ ਰੱਖੀ ਜਾਂਦੀ ਹੈ। ਪਹਿਲੀ ਹਵੇਲੀ
ਹਵੇਲੀ ਤੁਸੀਂ ਦੇਖੀ ਹੈ, ਹੁਣ ਇਹ ਦੂਸਰੀ ਹਵੇਲੀ ਹੈ ਜਿੱਥੇ ਕਿ ਅਕਸਰ ਬਾਲੀਵੁੱਡ ਤੇ ਪੋਲੀਵੁੱਡ ਫਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਹੈ, ਪ੍ਰੀ ਵੈਡਿੰਗ ਸ਼ੂਟ ਵੀ ਕੀਤੇ ਜਾਂਦੇ ਨੇ, ਗਾਣਿਆਂ ਦੀ ਸ਼ੂਟਿੰਗ ਵੀ ਕੀਤੀ ਜਾਂਦੀ ਆ। ਸੋ ਜਿਹੜੀ ਅਸੀਂ ਪਹਿਲਾਂ ਵਾਲੀ ਹਵੇਲੀ ਦੇਖੀ ਸੀ, ਉੱਥੇ ਸਭ ਤੋਂ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਹੋਈ ਸੀ, ਉਹ ਸੀਗੀ ਲੌਂਗ ਦਾ ਲਿਸ਼ਕਾਰਾ, ਜਿਹੜੀ ਕਿ 1986 ਦੇ ਵਿੱਚ ਬਣੀ ਸੀ। ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਇਸ ਤਰ੍ਹਾਂ ਵਧਿਆ ਕਿ ਇਹ ਜਿਹੜੀਆਂ ਹਵੇਲੀਆਂ ਨੇ ਇਹਨਾਂ ਦੀ ਵਰਤੋਂ ਹੈ ਜਿਹੜੀ ਉਹ ਬਾਲੀਵੁੱਡ ਮੂਵੀਜ਼ ਦੇ ਵਿੱਚ ਜ਼ਿਆਦਾ ਹੋਣ ਲੱਗ ਗਈ, ਤੇ ਚਲੋ ਬਾਲੀਵੁੱਡ ਮੂਵੀਜ਼ ਦੇ ਵਿੱਚ ਤਾਂ ਹੁੰਦੀ ਹੈ। ਸੋ ਜਿਹੜੀ ਇਹ ਵਾਲੀ ਹਵੇਲੀ ਹੈ, ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ। ਜੇ ਆਪਾਂ ਗੱਲ ਕਰੀਏ ਸਨ ਆਫ ਸਰਦਾਰ, ਸਨ ਆਫ ਮਿੱਟੀ, ਯਮਲਾ ਪਗਲਾ ਦੀਵਾਨਾ, ਏਕਮ ਤੇ ਬਹੁਤ ਸਾਰੇ ਜਿਹੜੇ ਸੀਰੀਅਲਸ ਨੇ ਉਹਨਾਂ ਦੀ ਸ਼ੂਟਿੰਗ ਵੀ ਇਸ ਹਵੇਲੀ ਦੇ ਵਿੱਚ ਹੋਈ ਹੈ। ਸੋ ਇਸ ਹਵੇਲੀ ਦੀ ਖਾਸੀਅਤ ਇਹ ਹੈ ਕਿ ਇਸ ਦੇ ਚਾਰੇ ਪਾਸੇ ਖੇਤ ਨੇ ਔਰ ਇੱਥੇ ਸ਼ਾਂਤੀ ਇੰਨੀ ਹੈ ਕਿ ਮਜ਼ਾ ਆ ਜਾਂਦਾ ਹੈ। ਅਗਰ ਤੁਸੀਂ ਇਸ ਹਵੇਲੀ ਨੂੰ ਦੇਖਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਨਜ਼ਾਰਾ ਹੈ, ਤਾਂ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਆਓ ਤੇ ਵਿਜ਼ਿਟ ਕਰੋ। ਹੁਣ ਅਸੀਂ ਤੁਹਾਨੂੰ ਹਵੇਲੀ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਇੱਥੇ ਕਾਫੀ ਪੁਰਾਣੀਆਂ ਚੀਜ਼ਾਂ ਵੀ ਨੇ, ਪੁਰਾਣੀ ਇੱਕ ਕਾਰ ਵੀ ਖੜੀ ਹੈ, ਇੱਕ ਰੱਥ ਵੀ ਹੈ, ਅਸੀਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਤੇ ਇੱਕ ਜਿਹੜੀ ਫਿਲਮ ਹੈ ਯਮਲਾ ਪਗਲਾ ਦੀਵਾਨਾ, ਉਹਦੀ ਪੂਰੀ ਸ਼ੂਟਿੰਗ ਹੈ ਜਿਹੜੀ ਉਹ ਇਸੇ ਹਵੇਲੀ ਦੇ ਵਿੱਚ ਹੋਈ ਹੈ। ਸੋ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਤੁਹਾਨੂੰ ਫਲੈਸ਼ਬੈਕ ਜ਼ਰੂਰ ਆਉਣਗੇ ਉਹ ਫਿਲਮ ਦੇ ਕਿ ਹਾਂ ਬਿਲਕੁਲ ਉਹੀ ਹੈ ਹਵੇਲੀ ਹੈ। ਸੋ ਚਲੋ ਨਿਗਾਹ ਮਾਰਦੇ ਹਾਂ ਇਸ ਹਵੇਲੀ ਤੇ, ਮੇਰੇ ਨਾਲ ਮੈਂ ਤੁਹਾਨੂੰ ਸੈਰ ਕਰਵਾਉਂਦੀ ਹਾਂ ਇਸ ਹਵੇਲੀ ਦੀ। ਸੋ ਜੀ ਇਹ ਹੈਗਾ ਇਹ ਪੁਰਾਣਾ ਰੱਥ। ਮੈਂ ਤਾਂ ਇਹਦੇ 'ਤੇ ਬੈਠ ਕੇ ਜ਼ਰੂਰ ਦੇਖਣਾ ਕਿਉਂਕਿ ਮੈਨੂੰ ਪੁਰਾਣੀਆਂ ਚੀਜ਼ਾਂ ਬਹੁਤ ਪਸੰਦ ਨੇ। ਤੇ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗੀ ਕਿ ਇੱਕ ਵਾਰ ਜ਼ਰੂਰ ਤੁਹਾਨੂੰ ਦਿਖਾ ਦੇਣ। ਸੋ ਵਾਓ, ਓ ਹੋ ਇੱਥੇ ਤਾਂ ਮਹਾਰਾਜਾ ਟਾਈਪ ਨਹੀਂ, ਮਹਾਰਾਣੀ ਟਾਈਪ ਫੀਲਿੰਗ ਆ ਰਹੀ ਹੈ ਮੈਨੂੰ। ਸੋ ਬਿਲਕੁਲ ਜਿਹੜਾ ਇਹ ਰੱਥ ਹੈ ਵਾਕਈ ਬੜਾ ਸੋਹਣਾ ਹੈ, ਮਜ਼ਾ ਆ ਗਿਆ ਮੈਨੂੰ ਬੈਠ ਕੇ। ਤੇ ਖਾਸੀਅਤ ਨਾ ਇਸ ਹਵੇਲੀ ਦੀ ਇਹ ਹੈ ਕਿ ਚਾਰੇ ਪਾਸੇ ਨਾ ਤੁਹਾਨੂੰ ਇੱਥੇ ਖੇਤ ਹੀ ਖੇਤ ਦਿਖਣਗੇ, ਬਿਲਕੁਲ ਸ਼ਾਂਤੀ। ਐਂਡ ਦ ਬੈਸਟ ਪਾਰਟ ਇਜ਼ ਨਾਲ ਹੀ ਜਿਹੜਾ ਮੇਨ ਰੋਡ ਹੈ ਇਸ ਹਵੇਲੀ ਦੇ, ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਸੋ ਇਹ 'ਤੇ ਤਾਂ ਬੜਾ ਮਜ਼ਾ ਆਇਆ ਮੈਨੂੰ, ਮੇਰਾ ਦਿਲ ਕਰਦਾ ਮੈਂ ਨਾਲ ਹੀ ਲੈ ਜਾਵਾਂ ਨੂੰ। ਚਲੋ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਉਹ ਵਾਲੀ ਜਗ੍ਹਾ ਜਿੱਥੇ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬੈਸਟ ਪਾਰਟ ਹੈ ਕਿ ਹਵੇਲੀ ਦੇ ਨਾਲ ਹੀ ਜਿਹੜਾ ਮੇਨ ਰੋਡ ਲੱਗਦਾ ਆ। ਸੋ ਉਹ ਰਿਹਾ ਮੇਨ ਰੋਡ। ਆਈ ਹੋਪ ਤੁਹਾਨੂੰ ਦਿਖ ਰਿਹਾ ਹੋਏਗਾ। ਅਸੀਂ ਤੁਹਾਨੂੰ ਜ਼ੂਮ ਕਰਕੇ ਜ਼ਰੂਰ ਦਿਖਾਵਾਂਗੇ ਇਹ ਤਸਵੀਰਾਂ। ਪੀਂਗ ਦੇ ਹੁਲਾਰੇ ਲੈ ਲਏ। ਹੁਣ ਮੈਂ ਤੁਹਾਨੂੰ ਆਹ ਜਗ੍ਹਾ ਦਿਖਾਉਂਦੀ ਹਾਂ, ਇੱਥੇ ਫੋਟੋ ਸ਼ੂਟ ਕਰਨ ਲਈ ਕਾਫੀ ਅੱਛੀ ਲੋਕੇਸ਼ਨ ਹੈ। ਸੋ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ, ਪੁਰਾਣੇ ਜ਼ਮਾਨੇ 'ਚ ਹੁੰਦਾ ਸੀ, ਉਵੇਂ ਦੇ ਦਰਵਾਜ਼ੇ ਨੇ, ਸਾਰਾ ਕੁਛ ਜਿਸ ਤਰ੍ਹਾਂ ਇੱਦਾਂ ਦੀ ਰਾਇਲ ਫੀਲਿੰਗ ਆ ਰਹੀ ਹੈ ਇੱਥੇ ਆ ਕੇ ਕਿ ਯਾਰ ਵਾਓ। ਤੁਸੀਂ ਆਓਗੇ ਨਾ ਤਾਂ ਤੁਸੀਂ ਬਾਰ-ਬਾਰ ਇਹੀ ਕਹੋਗੇ ਵਾਓ ਵਾਓ ਵਾਓ। ਸੋ ਇਹ ਲੋਕੇਸ਼ਨ ਹੈ, ਇੱਥੇ ਤੁਸੀਂ ਸ਼ੂਟਿੰਗ ਵਗੈਰਾ ਆਪਣੀ ਕਰ ਸਕਦੇ ਹੋ, ਫੋਟੋਜ਼ ਖਿੱਚ ਸਕਦੇ ਹੋ, ਪ੍ਰੀ ਵੈਡ ਸ਼ੂਟ ਹੋ ਸਕਦਾ ਹੈ। ਤੁਸੀਂ ਅਗਰ ਤੁਹਾਨੂੰ ਸ਼ਾਂਤੀ ਪਸੰਦ ਹੈ, ਤੁਸੀਂ ਪੀਸਫੁਲ ਮਾਹੌਲ 'ਚ ਰਹਿਣਾ ਪਸੰਦ ਕਰਦੇ ਹੋ, ਤਾਂ ਤੁਸੀਂ ਇੱਕ ਵਾਰ ਉਰੇ ਜ਼ਰੂਰ ਵਿਜ਼ਿਟ ਕਰੋ। ਅਤੇ ਇੱਥੇ ਨਾ ਇੱਕ ਕਪਲ ਵੀ ਆਏ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਉਂਕਿ ਮੈਂ ਕਦੋਂ ਦੀ ਨੋਟਿਸ ਕਰ ਰਹੀ ਹਾਂ ਫੋਟੋਜ਼ ਖਿੱਚਣ ਲੱਗੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਘੁੰਮਣ ਆਏ ਸੀ? ਹਾਂਜੀ ਅਸੀਂ ਘੁੰਮਣ ਆਏ ਹਾਂ ਇੱਥੇ। ਹਾਂਜੀ ਲੱਗਿਆ ਫਿਰ ਮਾਹੌਲ? ਅਸੀਂ ਨਾ ਅਕਸਰ ਦੇਖਦੇ ਹਾਂ ਹੁਣ ਜਿਵੇਂ ਪ੍ਰੀ ਵੈਡਿੰਗ ਸ਼ੂਟ ਹੁੰਦੇ ਨੇ। ਮੈਂ ਇਹਨਾਂ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਕਿ ਆਪਣੇ ਵਿਆਹ ਸਮੇਂ ਆਪਣਾ ਪ੍ਰੀ ਵੈਡਿੰਗ ਸ਼ੂਟ ਨਹੀਂ ਹੋਇਆ ਕਿ ਆਪਾਂ ਵੀ ਕੀ ਗੱਲ ਦੁਬਾਰਾ ਹੁਣ ਦਿਲ ਕਰ ਰਿਹਾ ਵੀ ਕਿੱਦਾਂ ਹੈ ਨਾ, ਕਿਵੇਂ ਕਰਦੇ ਨੇ ਕਿ ਨਹੀਂ, ਕਿ ਅਸੀਂ ਚਲੋ ਐਦਾਂ ਹੀ ਫੋਟੋ ਖਿੱਚ ਕੇ ਆਉਂਦੇ ਹਾਂ। ਸਾਨੂੰ ਇਹ ਜਗ੍ਹਾ ਬਹੁਤ ਸੋਹਣੀ ਲੱਗੀ, ਬਹੁਤ ਸ਼ਾਂਤੀ ਹੈ ਇੱਥੇ ਕਿ ਬਿਲਕੁਲ ਇੱਕ ਨਾ ਜਿਵੇਂ ਚੈਨ ਮਹਿਸੂਸ ਹੁੰਦਾ ਇੱਥੇ ਆ ਕੇ। ਉਹੀ ਪੁਰਾਣਾ ਸਮਾਂ, ਉਹੀ ਸਾਰੀਆਂ ਚੀਜ਼ਾਂ ਪੁਰਾਣਾ ਵਾਪਸ ਇਦਾਂ ਲੱਗਦੀਆਂ। ਪਹਿਲਾਂ ਅਸੀਂ ਫਿਲਮਾਂ ਦੇ ਵਿੱਚ ਬਹੁਤ ਦੇਖੀ ਹੈ, ਕਿਉਂਕਿ ਬਹੁਤ ਫਿਲਮਾਂ ਬਣੀਆਂ ਨੇ ਇੱਥੇ, ਜਿਵੇਂ ਸਨ ਆਫ ਸਰਦਾਰ ਹੋ ਗਈ, ਆਪਣੇ ਬਲਾ ਬਹੁਤ ਫਿਲਮਾਂ ਬਣੀਆਂ ਨੇ। ਵੀਰਾ ਨਾਟਕ ਆਉਂਦਾ ਹੁੰਦਾ ਸੀ ਬੱਚੀ ਦਾ ਇੱਕ ਦਾ, ਉਹ ਵੀ ਇੱਥੇ ਬਣਿਆ। ਇਹ ਦੇਖਣ ਨੂੰ ਸਾਡਾ ਬਹੁਤ ਚਿਰ ਦਾ ਅਸੀਂ ਸੋਚ ਰਹੇ ਸੀ
ਵੀ ਇੱਥੇ ਜ਼ਰੂਰ ਅਸੀਂ ਦੇਖ ਕੇ ਆਉਣਾ। ਇਹ ਬਾਗੜੀਆਂ ਪਿੰਡ ਦੇ ਵਿੱਚ ਆ, ਤੁਹਾਨੂੰ ਪਤਾ ਹੀ ਆ, ਤੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ, ਬਹੁਤ ਆਨੰਦ ਆ ਇੱਥੇ। ਕੀ ਗੱਲ ਹੁਣ ਪਲਾਨ ਬਣ ਰਿਹਾ ਪ੍ਰੀ ਵੈਡਿੰਗ ਕਰਵਾਉਣ ਦਾ ਦੁਬਾਰਾ ਤੋਂ? ਹਾਂ ਨਹੀਂ ਹੁਣ ਫੋਨ ਤੇ ਕਰੀ ਜਾਂਦੇ ਆ, ਖਿੱਚੀ ਜਾਂਦੇ ਆ ਫੋਟੋ। ਇੱਕ ਦਿਨ ਇਹੀ ਗੱਲ ਚੱਲਦੀ ਸੀ, ਅਸੀਂ ਥੋੜੇ ਦਿਨ ਹੋਏ ਵਿਆਹ ਜਾ ਕੇ ਆਏ ਆ, ਜਦ ਅਸੀਂ ਉਹਦੇ ਵਿੱਚ ਐਂਟਰ ਕੀਤਾ ਆਪਣੇ ਪੈਲਸ ਦੇ ਵਿੱਚ, ਉਹ ਪ੍ਰੀ ਵੈਡਿੰਗ ਦੀਆਂ ਫੋਟੋਆਂ ਨਹੀਂ ਲੱਗੀਆਂ ਹੁੰਦੀਆਂ, ਪੋਸਟਰ ਵਗੈਰਾ, ਉਹ ਦੇਖੇ ਅਸੀਂ ਅਸੀਂ ਕਿਹਾ ਯਾਰ ਆਪਣੇ ਵਿਆਹ ਨੂੰ ਵੀ ਐਂ ਚੱਲ ਪੈਲਸ ਤਾਂ ਸੀਗਾ ਵੀ ਉਹ ਨਹੀਂ, ਮਤਲਬ ਆਪਣੇ ਵੀ ਐਂ ਫੋਟੋਆਂ ਨਹੀਂ ਸੀ ਲੱਗੀਆਂ ਹੋਈਆਂ ਨਾ, ਉਦੋਂ ਕੋਈ ਪ੍ਰੀ ਵੈਡਿੰਗ ਵਗੈਰਾ ਕਰਦਾ ਨਹੀਂ ਸੀਗਾ। ਤੇ ਹੁਣ ਅਸੀਂ ਇਹੀ ਸੋਚਿਆ, ਮੈਂ ਚੱਲ ਉੱਦਾਂ ਹੀ ਫੋਟੋ ਆਪਾਂ ਸੈਲਫੀਆਂ ਹੀ ਲੈ ਲੈਂਦੇ ਹਾਂ, ਚੱਲ ਜੇ ਪ੍ਰੀ ਵੈਡਿੰਗ ਨਹੀਂ ਵੀ ਇੱਕ ਦਿਲ ਦਾ ਅਰਮਾਨ ਜਿਹਾ ਹੁੰਦਾ ਵੀ ਇਹ ਬਹੁਤ ਚਿਰ ਦੀ ਕਹਿੰਦੀ ਸੀ। ਮੈਂ ਚੱਲ ਫਿਰ ਚੱਲਦੇ ਹਾਂ, ਅੱਜ ਬਾਗੜੀਆਂ ਹੀ ਚੱਲਦੇ ਹਾਂ। ਹਾਂ ਪੂਰਾ ਕਰਤਾ। ਇਹ ਕਹਿੰਦੀ ਨਹੀਂ ਆਪ ਮੇਰੀ ਵੀ ਸੈਲਫੀ ਕਰੋ ਨਾਲ, ਅਸੀਂ ਫਿਰ ਦੋਵਾਂ ਨੇ ਕੀਤੀ, ਸਟੇਟਸ ਵੀ ਪਾ ਦਾਂਗੇ। ਚਲੋ ਤੁਸੀਂ ਵੀ ਇੰਜੋਏ ਕਰੋ, ਅਸੀਂ ਵੀ ਆਪਣੀ ਆਡੀਅנס ਨੂੰ ਦਿਖਾ ਦਈਏ ਹੈ ਨਾ, ਹਵੇਲੀ ਦੀਆਂ ਤਸਵੀਰਾਂ ਦਿਖਾ ਦਈਏ। ਥੈਂਕ ਯੂ ਸੋ ਮਚ। ਸੋ ਆਜੋ ਜੀ, ਇੱਥੇ ਪੀਂਗ ਵੀ ਲੱਗੀ ਹੋਈ ਹੈ। ਮੇਰੇ ਵਰਗੀਆਂ ਕੁੜੀਆਂ ਚਿੜੀਆਂ ਜਿਹੜੀਆਂ ਆਉਂਦੀਆਂ ਨੇ ਉਹ ਪੀਂਗ ਵੀ ਝੂਟ ਸਕਦੀਆਂ। ਸੋ ਲਓ ਜੀ, ਹਵੇਲੀ ਦੀ ਸੈਰ ਮੈਂ ਤੁਹਾਨੂੰ ਕਰਵਾਤੀ ਹੈ। ਆਈ ਹੋਪ ਤੁਹਾਡੀਆਂ ਯਾਦਾਂ ਵੀ ਜ਼ਰੂਰ ਤਾਜ਼ੀਆਂ ਹੋ ਗਈਆਂ ਹੋਣੀਆਂ ਨੇ। ਸੋ ਇਸ ਦੇ ਨਾਲ ਹੀ ਹੁਣ ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਸਿਮਰਨ ਕੌਰ, ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ।